ਤੇ ਤੁਸੀਂ ਰਿਜ਼ਕ ਦੀ ਤਲਾਸ਼ ਵਾਸਤੇ ਹਿਜਰਤ ਕਰ ਜਾਓ। ਤੇ ਮੈਂ ਹਿਜਰਤ ਕਰਕੇ 1990 ਦੇ ਵਿੱਚ ਕਰਾਚੀ ਚਲਾ ਗਿਆ। ਕਿਹਾ ਕਿ ਜਨਾਬ ਮੇਰੇ ਕੋਲ ਤਾਂ ਜਗ੍ਹਾ ਹੀ ਕੋਈ ਨਹੀਂ ਰਹਿਣ ਵਾਸਤੇ, ਕਿਉਂਕਿ ਮੈਂ ਜਿਹੜੀ ਜਗ੍ਹਾ 'ਚ ਰਹਿੰਦਾ ਸਾਂ ਲੇਕਿਨ ਚੰਦ ਮਹੀਨਿਆਂ ਤੋਂ ਬਾਅਦ ਉਹਨਾਂ ਮੇਰੇ ਕੋਲ ਉਹ ਜਗ੍ਹਾ ਸ਼ਾਰਟ ਨੋਟਿਸ ਦੇ ਉੱਤੇ ਖਾਲੀ ਕਰਾ ਲਈ। ਮੈਂ ਬੜਾ ਪਰੇਸ਼ਾਨ ਹੋਇਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਡੀ ਇਸ ਵੀਡੀਓ ਨੂੰ ਦੇਖਣ ਵਾਲੇ ਸੰਗੀ ਸਾਥੀ, ਦੋਸਤ, ਭੈਣਾਂ ਤੇ ਭਰਾ, ਇਹਨਾਂ ਸਭ ਨੂੰ ਮੇਰੀ ਤਰਫੋਂ अस्सलाम अलैकुम। और सलाम तो बाद उन्होंने वास्ते एक दुआ भी है कि अल्लाह ताला इन्हां सब नूं सेहत और तंदुरुस्ती वाली लंबी जिंदगी अता करे। आमीन सुम्मा आमीन। ते दोस्तों, अज मैं तुहाडे दे नाल अपने बारे च चंद एक गल्लां शेयर करन लगा वां। वो किहड़ियां गल्लां ने? मेरी एक वीडियो दे विच मेरे एक दोस्त ने मैनू सवाल किया। वो सवाल की सी? सवाल ये सी कि तुहाडी जिंदगी दे विच कोई ऐसा लम्हा गुजरिया होवे और यादगार भी होवे और उहदे विच एक मैसेज भी होवे और मैसेज इस तरह दा होवे कि साडी जिंदगी नूं बदल देवे और सानू भी उस गल दे उत्ते फिक्र करन दी ज़रूरत पै जावे। ते दोस्तों, अज मैं तुहानू अपना वाक़या की है कि मैं लड़कपन दे विच बिजनेस करन दे हवाले दे नाल कराची चला गया, इस नीयत नाल कि अल्लाह ताला इंसान नू फरमांदा है कि अगर तुहाडा रिज़क अपनी जगह ते उत्ते ज़्यादा नहीं वध नहीं रहा ते तुसीं रिज़क दी तलाश वास्ते हिजरत कर जाओ। तो मैं हिजरत करके 1990 ਦੇ ਵਿੱਚ कराची चला गया। ਉੱਥੇ ਜਾ ਕੇ ਜ਼ਾਤੀ ਤੌਰ 'ਤੇ ਦੁਕਾਨ ਖਰੀਦੀ। ਉਸ ਦੁਕਾਨ ਦੇ ਵਿੱਚ ਸਾਡਾ ਜਿਹੜਾ ਜ਼ਾਤੀ ਕਾਰੋਬਾਰ ਸੀ, ਜਿਹਦੀ ਫੈਕਟਰੀ ਅਸੀਂ ਆਪਣੇ ਸ਼ਹਿਰ ਦੇ ਵਿੱਚ ਲਾਈ ਹੋਈ ਸੀ, ਦਰੀ ਫੈਕਟਰੀ ਸੀ। ਔਰ ਉਹ ਸਮਾਨ ਮੈਂ ਜਿਹੜਾ ਨਾ कराची ਜਾ ਕੇ ਦੁਕਾਨ ਬਣਾ ਕੇ ਤੇ ਵੇਚਣਾ ਸ਼ੁਰੂ ਕਰ ਦਿੱਤਾ। ਮੈਂ ਜਿਹੜੀ ਜਗ੍ਹਾ 'ਤੇ ਦੁਕਾਨ ਖਰੀਦੀ ਬਣਾਈ, ਉੱਥੇ ਮੇਰੇ ਕੁਛ ਆਪਣੇ ਤਲਕ ਵਾਲੇ ਰਹਿੰਦੇ ਸਨ, ਜਿਨ੍ਹਾਂ ਨੇ ਮੈਨੂੰ ਉਹ ਦੁਕਾਨ ਵੀ ਖਰੀਦਣ 'ਚ ਤਾਮਨ ਕੀਤਾ ਮੇਰੇ ਨਾਲ। ਔਰ ਉਹਨਾਂ ਦੀ ਇੱਕ ਜਗ੍ਹਾ ਪਈ ਸੀ ਜਿਹੜੀ ਖਾਲੀ ਸੀ, ਸਮਝ ਲਓ ਕਿ ਉਹਦੇ 'ਚ ਕੋਈ ਨਹੀਂ ਰਹਿੰਦਾ, ਅਤੇ ਉਹ ਉਹਨਾਂ ਮੈਨੂੰ ਰਹਿਣ ਵਾਸਤੇ ਜਗ੍ਹਾ ਦੇ ਦਿੱਤੀ। ਲੇਕਿਨ ਚੰਦ ਮਹੀਨਿਆਂ ਤੋਂ ਬਾਅਦ ਉਹਨਾਂ ਮੇਰੇ ਕੋਲ ਉਹ ਜਗ੍ਹਾ ਸ਼ਾਰਟ ਨੋਟਿਸ ਦੇ ਉੱਤੇ ਖਾਲੀ ਕਰਾ ਲਈ। ਮੈਂ ਬੜਾ ਪਰੇਸ਼ਾਨ ਹੋਇਆ ਔਰ ਪਰੇਸ਼ਾਨ ਹੋਣ ਤੋਂ ਬਾਅਦ ਸੋਚਦਾ ਰਿਹਾ ਸਾਰਾ ਦਿਨ ਕਿ ਹੁਣ ਮੈਂ ਅੱਜ ਦੀ ਰਾਤ ਕਿਸ ਜਗ੍ਹਾ 'ਤੇ ਗੁਜ਼ਾਰਨੀ ਹੈ। ਲੇਕਿਨ ਅਚਾਨਕ ਇੱਕ ਦੋਸਤ ਹੈ ਨਹੀਂ ਸੀ, ਲੇਕਿਨ ਇੱਕ ਬੰਦਾ ਮੇਰੇ ਕੋਲ ਆ ਕੇ ਮੇਰੇ ਸਾਹਮਣੇ ਦੁਕਾਨ ਦੇ ਉੱਤੇ ਗੱਡੀ ਖਿਲਾਰਦਾ ਔਰ ਮੈਨੂੰ ਕਹਿੰਦਾ ਕਿ ਜਨਾਬ ਮੈਂ ਤੁਹਾਡੇ ਕੋਲ ਦਰੀਆਂ ਲਈਆਂ ਸਨ ਔਰ ਮੇਰਾ ਬਿਜ਼ਨਸ ਜਿਹੜਾ ਉਹ ਸ਼ਾਦੀ ਹਾਲ ਦਾ, ਅਤੇ ਮੈਂ ਤੁਹਾਨੂੰ ਚਾਹੁੰਦਾ ਵਾਂ ਕਿ ਅੱਜ ਆਪਣਾ ਸ਼ਾਦੀ ਹਾਲ ਦਿਖਾਵਾਂ। ਮੈਂ ਉਸ ਬੰਦੇ ਨੂੰ ਜਾਣਦਾ ਨਹੀਂ ਸੀ, ਉਹ ਕੌਣ ਸੀ, ਕਿਸ ਤਰ੍ਹਾਂ ਦਾ ਸੀ, ਲੇਕਿਨ ਮੈਂ ਉਹਦੇ ਨਾਲ ਆਪਣੀ ਦੁਕਾਨ ਬੰਦ ਕੀਤੀ। ਮਗਰਿਬ ਦਾ ਟਾਈਮ ਹੋ ਗਿਆ ਸੀ ਦੁਕਾਨ ਬੰਦ ਕਰਨ ਦਾ, ਅਤੇ ਉਹਦੇ ਨਾਲ ਮੈਂ ਉਹਦੇ ਸ਼ਾਦੀ ਹਾਲ ਦੇ ਉੱਤੇ ਚਲਾ ਗਿਆ, ਉਹਦਾ ਸ਼ਾਦੀ ਹਾਲ ਦੇਖਣ ਵਾਸਤੇ। ਸ਼ਾਦੀ ਹਾਲ 'ਤੇ ਪ੍ਰੋਗਰਾਮ ਹੋ ਰਿਹਾ ਸੀ। ਉਹਨਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਜਿਹੜੇ ਨੇ ਹਮੇਸ਼ਾ ਕਰਾਚੀ ਸ਼ਹਿਰ ਦੇ ਵਿੱਚ ਸ਼ਾਮ ਦੇ ਹੁੰਦੇ ਨੇ, ਨਾਈਟ ਪ੍ਰੋਗਰਾਮ ਹੁੰਦੇ ਨੇ ਸ਼ਾਦੀਆਂ ਦੇ, ਕਿਉਂਕਿ ਸਾਰਾ ਦਿਨ ਲੋਕ ਮਿਹਨਤ ਮਜ਼ਦੂਰੀ ਕਰਦੇ ਨੇ, ਆਫਿਸ ਕੰਮ ਕਰਦੇ ਨੇ, ਔਰ ਜਦੋਂ ਫਾਰਗ ਹੁੰਦੇ ਨੇ ਤਾਂ ਫਿਰ ਉਹ ਤਕਰੀਬਨ ਸ਼ਾਮ ਦੀ ਇਸ ਵਜ੍ਹਾ ਤੋਂ ਰੱਖਦੇ ਨੇ ਕਿ ਉਸ ਵਕਤ ਸਾਰੇ ਲੋਕ ਫਾਰਗ ਹੁੰਦੇ ਨੇ ਔਰ ਸ਼ਾਮਲ ਹੋ ਜਾਂਦੇ ਨੇ ਸ਼ਾਦੀ ਦੇ ਵਿੱਚ। ਮੈਂ ਵੀ ਚਲਾ ਗਿਆ ਉਹਦੇ ਨਾਲ। ਜਦੋਂ ਰਾਤ ਦੇ 12-1 ਦਾ ਟਾਈਮ ਹੋਇਆ, ਉਹ ਪਹਿਲਾ ਦਿਨ ਸੀ, ਮੈਨੂੰ ਨੋਟਿਸ ਮਿਲਿਆ ਕਿ ਮੈਂ ਸਾਡੀ ਜਗ੍ਹਾ ਖਾਲੀ ਕਰ ਦਿਓ। ਮੈਂ ਖਾਲੀ ਕਰ ਦਿੱਤੀ ਸੀ ਜਗ੍ਹਾ ਔਰ ਮੇਰੇ ਕੋਲ ਰਿਹਾਇਸ਼ ਵਾਸਤੇ ਕੋਈ ਜਗ੍ਹਾ ਨਹੀਂ ਸੀ। ਅਤੇ ਜਦੋਂ ਰਾਤ ਦਾ 12 ਦਾ ਟਾਈਮ ਹੋਇਆ ਤਾਂ ਉਹ ਬੰਦਾ ਮੈਨੂੰ ਕਹਿੰਦਾ ਕਿ ਜਨਾਬ ਸ਼ਬੀਰ ਸਾਹਿਬ, ਤੁਹਾਨੂੰ ਕਿਹੜੀ ਜਗ੍ਹਾ 'ਤੇ ਉਤਾਰਨਾ? ਅਤੇ ਮੈਂ ਉਹਨਾਂ ਨੂੰ ਕਿਹਾ ਕਿ ਜਨਾਬ ਮੇਰੇ ਕੋਲ ਤਾਂ ਜਗ੍ਹਾ ਹੀ ਕੋਈ ਨਹੀਂ ਰਹਿਣ ਵਾਸਤੇ, ਕਿਉਂਕਿ ਮੈਂ ਜਿਹੜੀ ਜਗ੍ਹਾ 'ਚ ਰਹਿੰਦਾ ਸਾਂ ਉਹ ਅੱਜ ਮੈਂ ਖਾਲੀ ਕਰ ਦਿੱਤੀ ਹੈ। ਅਤੇ ਉਹ ਫਿਰ ਬੰਦਾ ਮੈਨੂੰ ਕਹਿੰਦਾ ਕਿ ਤੁਸੀਂ ਫਿਰ ਕਿੱਥੇ ਰਹੋਗੇ ਇਸ ਟਾਈਮ? ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਤਾਂ ਇਰਾਦਾ ਸੀ ਕਿ ਮੇਰੀ ਇੱਕ ਕਜ਼ਨ ਹੁੰਦੀ ਹੈ, ਮੈਂ ਉਹਦੇ ਘਰ ਚਲਾ ਜਾਵਾਂਗਾ ਅਤੇ ਅੱਜ ਦੀ ਰਾਤ ਉੱਥੇ ਗੁਜ਼ਾਰਾਂਗਾ ਔਰ ਸੁਬਾਹ ਫਿਰ ਕੋਸ਼ਿਸ਼ ਕਰਾਂਗਾ ਕਿ ਆਪਣੀ ਰਿਹਾਇਸ਼ ਵਾਸਤੇ ਕੋਈ ਨਾ ਕੋਈ ਜਗ੍ਹਾ ਬਣਾ ਸਕਾਂ ਜਾਂ ਲੈ ਸਕਾਂ ਰਿਹਾਇਸ਼ ਵਾਸਤੇ, ਕਿਰਾਏ 'ਤੇ ਮਿਲ ਜੇ ਜਾਂ ਕਿਸੇ ਹੋਰ ਤਲਕ ਵਾਲੇ ਜਗ੍ਹਾ 'ਤੇ ਚਲਾ ਜਾਵਾਂਗਾ।
ਉਹ ਬੰਦਾ ਮੇਰੇ ਵਾਸਤੇ ਅਣਜਾਣ ਸੀ, ਮੈਂ ਉਹਦੇ ਵਾਸਤੇ ਅਣਜਾਣ ਸਾਂ। ਨਾ ਮੈਨੂੰ ਉਹ ਜਾਣਦਾ ਸੀ, ਨਾ ਮੈਂ ਉਹਨੂੰ ਜਾਣਦਾ ਸੀ। ਲੇਕਿਨ ਉਹਨੇ ਹਮਦਰਦੀ ਦੇ ਲਫ਼ਜ਼ ਚੰਦ ਕੁ ਬੋਲੇ, ਔਰ ਬੋਲੇ ਕੀ ਲਫ਼ਜ਼ ਕਿ ਚਲੋ ਤੁਸੀਂ ਨਾ ਅੱਜ ਦੀ ਰਾਤ ਮੇਰੇ ਘਰ ਰਹਿ ਲਵੋ। ਮੈਂ ਉਹਨਾਂ ਦੇ ਨਾਲ ਉਹਨਾਂ ਦੀ ਗੱਡੀ 'ਤੇ ਬੈਠਾ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਘਰ ਚਲਾ ਗਿਆ। ਨਾਰਥ ਨਾਜ਼ਮਾਬਾਦ ਉਹਨਾਂ ਦੇ ਰਿਹਾਇਸ਼ ਸੀ, ਬੜਾ ਆਲੀਸ਼ਾਨ ਬੰਗਲਾ ਸੀ ਉਹਨਾਂ ਦਾ। ਉੱਥੇ ਉਹਨਾਂ ਮੈਨੂੰ ਸਮਝ ਲਓ ਕਿ ਰਹਿਣ ਵਾਸਤੇ ਇੱਕ ਕਮਰਾ ਦੇ ਦਿੱਤਾ। ਰਾਤ ਆਰਾਮ ਕਰਨ ਤੋਂ ਬਾਅਦ ਜਦੋਂ ਸੁਬਾਹ ਹੋਈ ਅਤੇ ਮੈਂ ਦੇਖਿਆ ਕਿ ਮੇਰੇ ਕਮਰੇ ਦੇ ਵਿੱਚ ਮੇਰੇ ਨਾਸ਼ਤੇ ਵਾਸਤੇ ਸਾਰਾ ਸਮਾਨ ਪਿਆ ਸੀ। ਪਰਾਠਾ ਸੀ, ਚਾਹ ਸੀ, दूध ਸੀ, ਔਰ ਉਹਦੇ ਨਾਲ ਕੁਝ ਚੀਜ਼ਾਂ ਸਨ ਖਾਣ ਵਾਲੀਆਂ, ਪਰਾਠੇ ਤੋਂ ਇਲਾਵਾ ਵੀ, ਕਿ ਅਗਰ ਪਰਾਠਾ ਨਹੀਂ ਪਸੰਦ ਆਉਂਦਾ ਅਤੇ ਹੋਰ ਚੀਜ਼ਾਂ। ਇਸ ਤਰ੍ਹਾਂ ਉਹਨਾਂ ਮੇਰੀ ਨਾਸ਼ਤੇ ਦੇ ਵਿੱਚ ਹੱਥ ਤਵਾਜ਼ੋ ਕੀਤੀ। ਉਹ ਭਾਈ ਹਰਾਂ, ਉਹਨਾਂ ਭਾਈ ਹਰਾਂ ਦਾ ਨਾਂ ਸੀ ਸਾਦਕ ਜਮਾਲ, ਔਰ ਬਿਲਕੁਲ ਮੈਨੂੰ ਤਾਂ ਇਸ ਤਰ੍ਹਾਂ ਹੀ ਲੱਗਦੇ ਹਨ ਕਿ ਉਹ ਪੰਜਾਬੀ ਨੇ, ਕਿਉਂਕਿ ਮੇਰੇ ਦੇ ਨਾਲ ਉਹ ਜਿਹੜੀ ਗੁਫ਼ਤਗੂ ਕਰਦੇ ਹਨ, ਠੋਸ ਪੰਜਾਬੀ 'ਚ ਗੱਲ ਕਰਦੇ ਹਨ, ਜਿਸ ਤਰ੍ਹਾਂ ਮੈਂ ਹੁਣ ਕਰ ਰਿਹਾ। ਉਹਨਾਂ ਦੇ ਜਿਹੜੇ ਕੋਈ ਉੱਥੇ ਤਲਕ ਵਾਲੇ ਮਿਲਣ ਵਾਲੇ ਮੈਂ ਰਾਤੀ ਦੇਖੇ ਕਿ ਉਹ ਸਾਰੇ ਉਹਨਾਂ ਨੂੰ ਸਮਝ ਲਓ ਕਿ ਉਰਦੂ ਸਪੀਕਿੰਗ ਕਹਿ ਰਹੇ ਸਨ। ਜਿਸ ਵਕਤ ਮੈਂ ਨਾਸ਼ਤਾ ਕਰ ਰਿਹਾ ਅਤੇ ਉਹਨਾਂ ਭਾਈ ਯਾਰਾਂ ਮੈਨੂੰ ਕਿਹਾ ਕਿ ਹੁਣ ਤੁਸੀਂ ਆਪਣੀ ਦੁਕਾਨ 'ਤੇ ਜਾਣਾ, ਆਪਣੀ ਬਿਜ਼ਨਸ ਵਾਲੀ ਜਗ੍ਹਾ 'ਤੇ ਜਾਣਾ, ਅਤੇ ਹੁਣ ਮੈਂ ਤੁਹਾਨੂੰ ਛੱਡ ਦਿਆਂ ਜਾਂ ਚਲੇ ਜਾਓਗੇ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਬਿਹਤਰ ਇਹ ਵੇ ਕਿ ਤੁਸੀਂ ਮੈਨੂੰ ਇੱਥੋਂ ਸਟਾਫ ਦੱਸ ਦਿਓ ਔਰ ਗੱਡੀ ਦੱਸ ਦਿਓ ਕਿ ਮੇਰੇ ਏਰੀਏ ਦੇ ਵਿੱਚ ਕਿਹੜੀ ਗੱਡੀ ਜਾਏਗੀ, ਔਰ ਉਸ ਗੱਡੀ 'ਤੇ ਮੈਂ ਬਹਿ ਕੇ ਅਤੇ ਆਪਣੀ ਦੁਕਾਨ 'ਤੇ ਆਪਣੀ ਸ਼ਾਪ 'ਤੇ ਚਲਾ ਜਾਂਦਾ ਵਾਂ। ਇਸ ਤਰ੍ਹਾਂ ਜਦੋਂ ਮੈਂ ਸ਼ਾਪ 'ਤੇ ਚਲਾ ਆਇਆ ਅਤੇ ਮੈਂ ਕੋਸ਼ਿਸ਼ ਕੀਤੀ, ਇੱਕ ਦੋ ਦੋਸਤਾਂ ਨੂੰ, ਆਪਣੇ ਆਂਢੀ ਗੁਆਂਢੀ ਦੁਕਾਨਦਾਰਾਂ ਨੂੰ ਵੀ ਮੈਂ ਕਿਹਾ ਕਿ ਮੈਨੂੰ ਰਿਹਾਇਸ਼ ਦੀ ਜ਼ਰੂਰਤ ਹੈ, ਲੇਕਿਨ ਮੈਨੂੰ ਰਿਹਾਇਸ਼ ਨਾ ਮਿਲ ਸਕੀ ਕਿਸੇ ਜਗ੍ਹਾ ਤੋਂ ਵੀ ਮੈਨੂੰ। ਉਸੇ ਤਰ੍ਹਾਂ ਸ਼ਾਮ ਦੇ ਟਾਈਮ 'ਤੇ ਫਿਰ ਉਹ ਭਾਈ ਹਰੀ ਆਏ ਅਤੇ ਫਿਰ ਮੈਨੂੰ ਕਹਿੰਦੇ ਨੇ ਕਿ ਅੱਜ ਫਿਰ ਮੇਰੇ ਸ਼ਾਦੀ ਹਾਲ ਦੇ ਵਿੱਚ ਪ੍ਰੋਗਰਾਮ ਹੈ ਅਤੇ ਅੱਜ ਤੁਹਾਡੀ ਰਿਹਾਇਸ਼ ਦਾ ਵੀ ਕੋਈ ਬੰਦੋਬਸਤ ਕਰਾਂਗੇ। ਮੈਂ ਉਹਨਾਂ ਦੇ ਨਾਲ ਇਸ ਆਸ 'ਤੇ ਚਲਾ ਗਿਆ ਕਿ ਚਲੋ ਅੱਜ ਮੇਰੇ ਵਾਸਤੇ ਇਹ ਰਿਹਾਇਸ਼ ਦਾ ਵੀ ਬੰਦੋਬਸਤ ਕਰ ਦੇਣਗੇ, ਸੈਪਰੇਟ ਹੋਏਗੀ ਅਤੇ ਮੈਂ ਈਜ਼ੀਲੀ ਰਹਿ ਸਕਾਂਗਾ ਔਰ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਰਵਾਂ ਦਵਾਂ ਰੱਖ ਸਕਾਂਗਾ। ਇਸ ਵਕਤ ਕਰਾਚੀ ਸ਼ਹਿਰ ਦੇ ਵਿੱਚ ਮੇਰੇ ਤੋਂ ਇਲਾਵਾ ਕੋਈ ਵੀ ਤਲਕ ਵਾਲਾ ਨਹੀਂ ਹੈ, ਅਗਰ ਹੈ ਨੇ ਤਾਂ ਦੂਰ ਨੇ, ਉਹਨਾਂ ਦਾ ਮੈਨੂੰ ਅਜੇ ਇਲਮ ਨਹੀਂ, ਕਿਉਂਕਿ ਮੈਨੂੰ ਅਜੇ ਚੰਦ ਹਫ਼ਤੇ ਹੋਏ ਨੇ, ਚੰਦ ਮਹੀਨੇ ਹੋਏ ਨੇ ਕਰਾਚੀ ਸ਼ਹਿਰ 'ਚ ਆਇਆ, ਅਤੇ ਮੈਨੂੰ ਉਹਨਾਂ ਦੇ ਬਾਰੇ 'ਚ ਵੀ ਸਹੀ ਅਜੇ ਪਤਾ ਨਹੀਂ ਕਿ ਉਹਨਾਂ ਦੇ ਐਡਰੈਸ ਕੀ ਨੇ, ਉਹਨਾਂ ਕੋਲ ਪਹੁੰਚਣਾ ਕਿਵੇਂ ਵੇ, ਜਾਂ ਮੇਰੇ ਕੋਲ ਟਾਈਮ ਨਹੀਂ ਹੈ ਦੁਕਾਨਦਾਰੀ ਛੱਡ ਕੇ ਮੈਂ ਉਹਨਾਂ ਦੇ ਮਗਰ ਜਾਵਾਂ ਜਾਂ ਉਹਨਾਂ ਨੂੰ ਜਾ ਕੇ ਮਿਲਾਂ। ਅਤੇ ਮੈਨੂੰ ਉਹ ਦੋਸਤ ਫਿਰ ਉਸੇ ਤਰੀਕੇ ਦੇ ਨਾਲ ਆਪਣੀ ਗੱਡੀ 'ਚ ਬਿਠਾ ਕੇ ਅਤੇ ਆਪਣੇ ਸ਼ਾਦੀ ਹਾਲ 'ਤੇ ਲੈ ਗਏ। ਫਿਰ ਉਹੀ ਰਾਤ ਦੇ 12 ਵੱਜ ਗਏ, 1 ਵੱਜ ਗਿਆ। ਫਿਰ ਉਹਨਾਂ ਮੈਨੂੰ ਵਾਪਸੀ ਦੇ ਉੱਤੇ ਇੱਕ ਜਗ੍ਹਾ ਦਿਖਾਈ। ਉਹ ਜਗ੍ਹਾ ਸੀ ਐਸੀ ਕਿ ਜਿੱਥੇ ਇੱਕ ਜਨਰੇਟਰ ਦਾ ਸਮਝ ਲਓ ਕਿ ਦੁਕਾਨ ਸੀ, ਜਨਰੇਟਰ ਰਿਪੇਅਰਿੰਗ ਦੀ, ਉਹਦੇ ਬੈਗ 'ਤੇ ਉਹਦਾ ਗੁਦਾਮ ਸੀ। ਗੁਦਾਮ ਦੇ ਵਿੱਚ ਉਹਦੇ ਸ਼ਾਗਿਰਦ ਰਹਿੰਦੇ ਸਨ, ਸੈਪਰੇਟ ਰਿਹਾਇਸ਼ ਬਣੀ ਹੋਈ ਸੀ। ਅਤੇ ਮੈਨੂੰ ਉਹਨਾਂ ਕਿਹਾ ਕਿ ਤੁਸੀਂ ਇੱਥੇ ਰਹਿ ਲਓਗੇ, ਅਤੇ ਮੈਂ ਉਹਨਾਂ ਨੂੰ ਕਿਹਾ ਜਨਾਬ ਮੈਂ ਇਹਨਾਂ ਸ਼ਾਗਿਰਦਾਂ ਦੇ ਨਾਲ ਨਹੀਂ ਰਹਿ ਸਕਦਾ, ਕਿਉਂਕਿ ਇੱਥੇ ਬੜਾ ਕੀਮਤੀ ਸਮਾਨ ਪਿਆ ਹੈ ਔਰ ਇਹਦੀ ਚੋਰੀ ਦੇ ਵੀ ਖਦਸ਼ਾਤ ਹੁੰਦੇ ਨੇ ਇਸ ਤਰ੍ਹਾਂ ਦੇ ਸਮਾਨ ਦੇ ਨਾ, ਅਤੇ ਲਿਹਾਜ਼ਾ ਮੈਂ ਬਿਜ਼ਨਸ ਕਰਨਾ ਵਾ, ਆਪਣੀ ਦੁਕਾਨਦਾਰੀ ਕਰਨਾ ਵਾ, ਅਤੇ ਮੈਂ ਇਸ ਮਾਹੌਲ ਦੇ ਵਿੱਚ ਐਡਜਸਟ ਨਹੀਂ ਹੋ ਸਕਦਾ, ਕਿਉਂਕਿ ਬਿਹਤਰ ਇਹ ਵੇ ਕਿ ਤੁਸੀਂ ਮੈਨੂੰ ਆਪਣੇ ਘਰ 'ਚ ਲੈ ਜਾਓ ਅਤੇ ਕੱਲ੍ਹ ਫਿਰ ਇਹਦੇ ਵਾਸਤੇ ਕੋਈ ਮਜ਼ੀਦ ਜਿਹੜਾ ਨਾ ਕਰਾਂਗੇ ਕੋਸ਼ਿਸ਼, ਤਾਂ ਕਿ ਆਪਣੀ ਰਿਹਾਇਸ਼ ਲੈ ਸਕੀਏ। ਅਤੇ ਜਨਾਬ ਇਸ ਤਰ੍ਹਾਂ ਕਰਦਿਆਂ 2-3 ਦਿਨ ਗੁਜ਼ਰ ਗਏ, ਲੇਕਿਨ ਰਿਹਾਇਸ਼ ਦਾ ਬੰਦੋਬਸਤ ਨਾ ਹੋਇਆ। ਆਖਿਰ ਉਸ ਦੋਸਤ ਨੇ ਜਿਹਦਾ ਨਾਂ ਸਾਦਕ ਜਮਾਲ, ਉਹਨਾਂ ਨੇ ਮੈਨੂੰ ਫਿਰ ਆਖਰੀ ਡਿਸੀਜਨ ਉਹਨਾਂ ਇਹ ਲਿਆ ਕਿ ਤੁਸੀਂ ਮੇਰੇ ਸ਼ਾਦੀ ਹਾਲ ਦੇ ਇੱਕ ਕਮਰੇ ਦੇ ਵਿੱਚ ਆਪਣੀ ਰਿਹਾਇਸ਼ ਰੱਖ ਲਓ। ਉਹਦਾ ਫਾਇਦਾ ਤੁਹਾਨੂੰ ਇਹ ਹੋਏਗਾ ਕਿ ਅਗਰ ਰਾਤੀ ਤੁਸੀਂ ਲੇਟ ਵੀ ਆਓਗੇ ਤਾਂ ਵੀ ਤੁਹਾਨੂੰ ਇਹ ਜਗ੍ਹਾ ਖੁੱਲ੍ਹੀ ਮਿਲੇਗੀ, ਔਰ ਅਗਰ ਜਲਦੀ ਵੀ ਆਓਗੇ ਤਾਂ ਵੀ ਤੁਹਾਨੂੰ ਇੱਥੇ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਹੋਣ ਲੱਗੀ। ਅਤੇ ਮੈਂ ਉਸ ਜਗ੍ਹਾ ਨੂੰ ਮੁਨਾਸਬ ਸਮਝਿਆ ਔਰ ਉੱਥੇ ਰਿਹਾਇਸ਼ ਕਰ ਲਈ ਮੈਂ। ਅਤੇ ਉਹਨਾਂ ਆਪਣੇ ਚੌਕੀਦਾਰ ਨੂੰ ਇਸ ਤਰ੍ਹਾਂ ਦੇ ਲਫ਼ਜ਼ ਬੋਲੇ ਕਿ ਬਾਬਾ ਇਹ ਬੰਦਾ, ਇਹ ਮੇਰਾ ਛੋਟਾ ਭਾਈ ਹੈ, ਹਾਲਾਂਕਿ ਮੇਰਾ ਉਸ ਬੰਦੇ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ, ਨਾ ਖਾਨਦਾਨ ਦਾ, ਨਾ ਵੈਸੇ ਰਿਸ਼ਤੇਦਾਰੀ ਸੀ, ਨਾ ਪਿੰਡਦਾਰੀ ਸੀ, ਨਾ ਸ਼ਹਿਰਦਾਰੀ ਸੀ, ਲੇਕਿਨ ਅਣਜਾਣ ਬੰਦਾ ਸੀ। ਅਤੇ ਉਹਨੇ ਮੈਨੂੰ ਇੰਨੀ ਇੱਜ਼ਤ ਅਫਜ਼ਾਈ ਮੇਰੀ ਕੀਤੀ ਕਿ ਉਹਨੇ ਜਿਹੜਾ ਚੌਕੀਦਾਰ ਸੀ ਉਹਨੂੰ ਇਹ ਲਫ਼ਜ਼ ਬੋਲੇ ਕਿ ਬਾਬਾ ਇਹ ਮੇਰਾ ਛੋਟਾ ਭਾਈ ਹੈ, ਇਹ ਰਾਤੀ ਜਿਸ ਵਕਤ ਵੀ ਆਏ ਤੁਹਾਂ ਇਹਨਾਂ ਨੂੰ ਸਵਾਲ ਨਹੀਂ ਕਰਨਾ, ਤੁਹਾਂ ਗੇਟ ਖੋਲ੍ਹਣਾ, ਤੁਹਾਡੀ ਜ਼ਿੰਮੇਦਾਰੀ ਗੇਟ ਖੋਲ੍ਹਣਾ
ਔਰ ਗੇਟ ਖੋਲ੍ਹ ਕੇ ਇਹਨਾਂ ਨੂੰ ਰਹਿਣ ਵਾਸਤੇ ਇਹਨਾਂ ਦੀ ਜਗ੍ਹਾ ਦੇ ਉੱਤੇ ਜਾਣ ਦੇਣਾ ਔਰ ਰੁਕਾਵਟ ਕੋਈ ਪੇਸ਼ ਨਹੀਂ ਕਰਨੀ, ਕਿਉਂਕਿ ਇਹ ਇੰਝ ਹੀ ਸਮਝਣਾ ਕਿ ਜਿਸ ਤਰ੍ਹਾਂ ਮੈਂ ਆਇਆ ਵਾਂ। ਐਡੇ ਵੱਡੇ ਲਫ਼ਜ਼ ਮੇਰੇ ਵਾਸਤੇ ਬੜੀ ਇੱਜ਼ਤ ਅਫਜ਼ਾਈ ਦੇ ਸਨ ਔਰ ਬੜੀ ਇੱਜ਼ਤ ਅਫਜ਼ਾਈ ਮਿਲੀ ਉਹਨਾਂ ਕੋਲੋਂ ਮੈਨੂੰ। ਔਰ ਇਸ ਤਰ੍ਹਾਂ ਮੈਂ ਕਰਾਚੀ ਸ਼ਹਿਰ ਦੇ ਵਿੱਚ ਇੱਕ ਅਣਜਾਣ ਬੰਦੇ ਦੇ ਕੋਲ ਰਹਿਣਾ ਸ਼ੁਰੂ ਕਰ ਦਿੱਤਾ। ਤੇ ਦੋਸਤੋ, ਇਹ ਸੀ ਛੋਟੀ ਸਾਰੀ ਸਟੋਰੀ। ਇਸ ਤੋਂ ਬਾਅਦ ਵੀ ਅਗਰ ਕੋਈ ਮੈਨੂੰ ਯਾਦ ਆਈ ਸਟੋਰੀ ਇਸ ਤਰ੍ਹਾਂ ਦੀ ਕਿ ਜਿੱਥੇ ਮੈਂ ਉਸ ਵਕਤ ਮੇਰੀ ਉਮਰ ਤਕਰੀਬਨ 21 ਸਾਲ ਸੀ, ਜਿਸ ਵਕਤ ਇਸ ਤਰ੍ਹਾਂ ਦਾ ਮੈਨੂੰ ਆਪਣਿਆਂ ਕੋਲੋਂ ਝਟਕਾ ਮਿਲਿਆ ਤੇ ਦੂਜੇ ਨੇ ਮੈਨੂੰ ਸੰਭਾਲਿਆ। ਤੇ ਦੋਸਤੋ, ਇਹ ਅਗਰ ਮੇਰੀ ਸਟੋਰੀ ਤੁਹਾਨੂੰ ਅੱਛੀ ਲੱਗੇ, ਇਹਦੇ 'ਚ ਕੋਈ ਨਸੀਹਤ ਲੱਗੇ ਤੇ ਕਮੈਂਟਸ ਬਾਕਸ ਵਿੱਚ ਲਾਜ਼ਮੀ ਦੱਸਿਆ ਜੇ। ਅੱਜ ਲਈ ਇੰਨਾ ਹੀ, ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਰ ਹੋਵੇ। ਅੱਲਾਹ ਨਿਗਹਿਬਾਨ।